मैं होरे ओरा बाप होवां कोई गल छुपावां ठीक है मेरे तो ना रवो मान कराने इन्हों चुका के पुछ लो मैं मेरी लाद किस तरह दी ਨੂੰ ਖੀਰ ਤੇ ਮੇਰੀ ਭੈਣਾਂ ਨੂੰ ਮੇਰੀਆਂ ਭਰਜਾਈਆਂ ਨੂੰ ਇੰਨਾ ਕੋ ਮਾਰਿਆ ਤੁਹਾਨੂੰ ਮੈਂ ਦੱਸ ਨਹੀਂ ਸਕਦਾ। मेरियां 3 भैणां ने चौथी भैन है मेरी ये ਅੱਛਾ ਇਹਦੇ ਨਾਲ ਮੇਰਾ ਕੋਈ ਲੈਕ ਸਲੈਕ ਨਹੀਂ। ਅੰਕਲ ਜੀ ਮੈਨੂੰ ਤੁਸੀਂ ਇਹ ਦੱਸੋ ਕਿ ਤੁਹਾਡੀ ਬੇਟੀ ਤੇ ਤੁਹਾਡੇ ਦਮਾਦ ਦੇ ਘਰ ਵਾਲੇ ਜਿਹੜੇ ਹੈਗੇ ਨੇ ਯਕੀਨਨ ਉਹਨਾਂ ਤੇ ਬੜਾ ਜ਼ੁਲਮ ਹੋਇਆ ਕਿ ਬੇਟਾ ਉਹਨਾਂ ਦਾ ਕਤਲ ਹੋ ਗਿਆ ਤੁਹਾਡੇ ਘਰ ਦੇ ਬਾਹਰ। ਉਹ ਇਲਜ਼ਾਮ ਲਗਾ ਰਹੇ ਨੇ ਕਿ ਤੁਹਾਡੀ ਬੇਟੀ ਸਵੇਰਾ ਦਾ ਬੂਟੇ ਦੇ ਨਾਲ ਕੋਈ ਨਾਜਾਇਜ਼ ਰਿਸ਼ਤਾ ਸੀ ਜਿਹਦੀ ਵਜ੍ਹਾ ਤੋਂ ਉਹਨੇ ਆਪਣੇ ਖਾਵੰਦ ਨੂੰ ਆਪਣੇ ਘਰ ਦੇ ਦਰਵਾਜ਼ੇ ਤੇ ਕਤਲ ਕਰਵਾ ਦਿੱਤਾ। ਇਹਦੇ 'ਚ ਕਿੰਨੀ ਸਦਾਕਤ ਹੈ ਕਿ ਤੁਹਾਡੀ ਬੇਟੀ ਦਾ ਕੋਈ ਇਹੋ ਜਿਹਾ ਕਰੈਕਟਰ ਸੀ ਜਾਂ ਉਹਦੇ ਨਾਲ ਬੂਟੇ ਦੇ ਨਾਲ ਕੋਈ ਇਹੋ ਜਿਹਾ ਕੋਈ ਤਲਕ ਵਾਸਤਾ ਹੈ ਸੀ? ਉਹ ਮੇਰਾ ਪੁੱਤਰ ਜੇ ਤੁਸੀਂ ਮੇਰੇ ਤੇ ਨਾ ਰਹੋ ਮਾਨ ਕਰਾਨ ਹੈ ਮੇਰੇ ਪਿੰਡ ਵਾਲੇ ਸਾਰੇ ਨੇ ਖੂਨ ਕੋਲ ਚਾਚੇ ਬਾਬੇ ਭਰਾ ਠੀਕ ਹੈ ਸਾਰੇ ਖਲੋਤੇ ਨੇ ਚਿੱਟੀਆਂ ਦਾੜੀਆਂ ਵਾਲੇ ਵੀ ਨੇ ਜਵਾਨ ਵੀ ਨੇ ਮੈਂ ਹੋਰੇ ਉਹਦਾ ਬਾਪ ਹੋਵਾਂ ਕੋਈ ਗੱਲ ਛੁਪਾਵਾਂ ਠੀਕ ਹੈ ਮੇਰੇ ਤਾਂ ਨਾ ਰਵੋ ਮਾਨ ਕਰਾਣੇ ਇਹਨਾਂ ਨੂੰ ਚੁਕਾ ਕੇ ਪੁੱਛ ਲੋ ਮੈਂ ਮੇਰੀ ਲਾਦ ਕਿਸ ਤਰ੍ਹਾਂ ਦੀ ਤੁਸੀਂ ਸ਼ੁਰੂ ਤੋਂ ਇਸੇ ਪਿੰਡ ਦੇ ਰਹਿਣ ਵਾਲੇ? ਇਸੇ ਪਿੰਡ ਦੇ ਰਹਿਣ ਵਾਲੇ ਬੱਚੇ ਵੀ ਇੱਥੇ ਪਿੰਡ ਐਸੇ ਘਰ ਪੈਦਾ ਹੋਏ ਨੇ? ਇਸੇ ਸਾਰੇ ਇਹੋ ਹੀ ਸਾਡੇ ਪਿਓ ਦਾਦੇ ਤੋਂ ਲੱਗ ਗਏ ਸੀ। ਸਾਡਾ ਪਿੰਡ ਪੀੜ ਇਹ ਹੀ ਹੈ। ਹਾਂ ਸਾਡਾ ਪਿੰਡ ਵੀ ਮੰਡੇ ਸਾਡੀ ਜ਼ਾਤ ਵੀ ਮੰਡੇ ਇੱਥੋਂ ਦੇ ਹੀ ਦਾਦੇ ਪੜਦਾਦੇ ਤੋਂ ਲੱਗ ਕੇ ਤੁਰੇ ਆ ਰਹੇ ਹਾਂ। ਤੇ ਬਜ਼ੁਰਗੋ ਇਹ ਤੁਹਾਡੇ ਜਿਹੜੇ ਕੁੜਮ ਬਣੇ ਨੇ ਫਿਰ ਇਹਨਾਂ ਨੇ ਕਿਉਂ ਬੱਚੀ ਤੇ ਆਪਣੇ ਬੇਟੇ ਦੇ ਕਤਲ ਤੋਂ ਬਾਅਦ ਕਿਉਂ ਇਲਜ਼ਾਮ ਲਗਾ ਰਹੇ ਨੇ? ਇਹ ਮੇਰਾ ਪੁੱਤਰ ਆਪੋ ਆਪਣਾ ਦਿਮਾਗ ਹੁੰਦਾ ਹਾਂ ਹਾਂਜੀ ਜਾਂ ਮੈਂ ਵੀ ਉਹਨਾਂ ਵਾਂਗੂ ਪਿਆ ਕਰਾਂ ਨਾ ਮੈਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸਾਰੀ ਗੱਲ ਉਹ ਮੇਰੇ ਸਾਖ ਨੇ ਧੀ ਦੇ ਕੇ ਪੁੱਤਰ ਬਣਾਇਆ ਸੀ ਇਸ ਲਈ ਹੀ ਨਹੀਂ ਹੀ ਬਣਵਾਇਆ। ਮੈਂ ਕਿੱਲਾ ਪੈਲੀ ਵੇਚ ਕੇ ਅੱਛਾ ਮੈਂ ਆਪਣੇ ਧੀਆਂ ਦਾ ਫਰਜ਼ ਪੂਰਾ ਕੀਤਾ। ਤੁਹਾਡੀਆਂ ਕਿੰਨੀਆਂ ਬੇਟੀਆਂ ਹੈਗੀਆਂ? ਮੇਰੀਆਂ 4 ਬੇਟੀਆਂ ਨੇ ਇੱਕ ਵੱਡੀ ਵਿਆਹੀ ਇਹ ਦੋ ਦੀ ਸ਼ਾਦੀ ਮੈਂ ਹੁਣ ਕੀਤੀ ਸੀ। ਅੱਛਾ ਆ ਪਿੰਡ ਵਾਲਿਆਂ ਨੂੰ ਪੁੱਛ ਲਓ ਜਾਂ ਮੈਂ ਝੂਠ ਮਾਰਨਾ ਤੇ ਮੈਂ ਮੁਜਰਮ। ਅੱਛਾ ਜਦੋਂ ਤੁਹਾਡੇ ਦਮਾਦ ਨੂੰ ਇੱਥੇ ਫਾਇਰ ਵੱਜੇ ਤੁਸੀਂ ਆਪਣੇ ਕੁੜਮਾਂ ਨੂੰ ਦੱਸਿਆ ਅਦਨਾਨ ਦੇ ਘਰ ਵਾਲਿਆਂ ਨੂੰ ਇਤਲਾਹ ਦਿੱਤੀ ਉਹ ਇੱਥੇ ਆਏ ਸੀ ਮੌਕੇ ਤੇ ਆ ਕੇ ਉਹਨਾਂ ਨੇ ਕੀ ਪੁੱਛਿਆ ਸੀ ਤੁਹਾਡੇ ਕੋਲੋਂ ਜਾਂ ਤੁਸੀਂ ਉਹਨਾਂ ਨੂੰ ਕੀ ਦੱਸਿਆ ਸੀ? ਉਹ ਜਨਾਬ ਕੋਈ ਨਹੀਂ ਇਹ ਤੁਸੀਂ ਵੀ ਸਿਆਣੇ ਹੋ ਜਦੋਂ ਵਲੀਮੇ ਵਾਲੇ ਦਿਨ ਬੱਚੇ ਨੂੰ ਲੈ ਆਈਦਾ ਨਾਲ ਸਿਰਫ ਬੱਚਾ ਆਉਂਦਾ ਘਰ ਦਾ ਹੁਣ ਕੋਈ ਜੀ ਆਉਂਦਾ ਹੈ ਨਾਲ। ਉਹਦੇ ਚਾਚੂ ਵੀ ਉਹ ਕਹਿੰਦੇ ਨੇ ਕਿ ਗਏ ਸੀ ਇੱਕ ਹੋਰ ਵੀ ਜੀ ਉਹਨਾਂ ਦਾ ਆਇਆ ਸੀ ਇੱਥੇ ਨਾਲ ਸੀ ਜਦੋਂ ਤੁਸੀਂ ਬੱਚੇ ਨੂੰ ਲੈ ਕੇ ਆ ਰਹੇ ਸੀ। ਉਹ ਮੇਰੇ ਤੇ ਨਾ ਰਵੋ ਤੁਸੀਂ ਇਹਨਾਂ ਤੋਂ ਪੁੱਛ ਲੈ ਸਭ ਇੱਥੇ ਮੌਜੂਦ ਸਨ। ਯਾਨੀ ਕਿ ਜਦੋਂ ਅਦਨਾਨ ਨੂੰ ਫਾਇਰ ਵੱਜੇ ਸੀ ਅਦਨਾਨ ਦੇ ਘਰ ਵਾਲਿਆਂ 'ਚ ਕੋਈ ਨਹੀਂ ਸੀ ਇੱਥੇ ਕੋਈ ਸ਼ੈ ਨਹੀਂ ਸੀ ਸਿਰਫ ਮੈਂ ਮੇਰੀ ਲਾਦ ਆ ਮੇਰੇ ਭੈਣ ਭਰਾ ਸਨ ਜਿਹੜੇ ਨਾਲ ਖੜੇ ਹਨ ਨਾਲ। ਇੱਥੇ ਜਦੋਂ ਫਾਇਰ ਵੱਜੇ ਨੇ ਇੱਥੋਂ ਹੀ ਮੰਜੀ ਤੇ ਪਾਇਆ ਇਹਨਾਂ ਨੂੰ ਆਖਿਆ ਛੇਤੀ ਲੈ ਚੱਲੋ। ਅੱਛਾ ਜਿਹੜਾ ਕੰਮ ਹੋਣਾ ਸੀ ਉਹ ਗਿਆ ਹੋ। ਇਹ ਤੁਸੀਂ ਜੋ ਕੁਝ ਕਹਿ ਰਹੇ ਹੋ ਅੱਲਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਹੇ ਹੋ ਨਾ? ਮੈਂ ਲਾ ਇਲਾਹਾ ਇਲੱਲਾ ਮੁਹੰਮਦ ਰਸੂਲ ਅੱਲਾ ਸਦਕੇ ਹਬੀਬ ਦੇ ਇਸ ਗੱਲ 'ਚ ਇੰਨੀ ਵੀ ਲੱਸ ਹੋਏ। ਦੂਜੀ ਬਕਾਇਆ ਜਿਹੜੀ ਗੱਲ ਹੈ ਮੇਰੀ ਧੀ ਦੇ ਬਾਰੇ ਦੇ ਵਿੱਚ ਇਹ ਮੇਰੇ ਚਾਚੇ ਬਾਬੇ ਭੈਣ ਭਰਾ ਪੁੱਤਰ ਨੇ ਇਹ ਆਖ ਦੇਣ ਤੇ ਇਹਦੀ ਲਾਦ ਇੰਜ ਦੀ ਹੈ। ਉਹਨਾਂ ਤੇ ਇਹ ਵੀ ਕਿਹਾ ਕਿ ਜਦੋਂ ਪੁੱਤਰ ਸਾਡੇ ਨੂੰ ਫਾਇਰ ਮਾਰ ਦਿੱਤੇ ਸੀ ਕਤਲ ਕਰ ਦਿੱਤਾ ਸੀ ਉਹਦੀ ਬੀਵੀ ਉਹਦੀ ਜੇਬ ਵਿੱਚ ਇਸਲਾਮੀਆਂ ਦੇ ਪੈਸੇ ਅੰਗੂਠੀ ਘੜੀ ਮੋਬਾਈਲ ਸਾਰਾ ਕੁਝ ਗਾਇਬ ਕਰ ਗਈ ਸੀ। ਉਹ ਸਭ ਉਹਦੀ ਮਾਂ ਦੇ ਕੋਲ ਜਦੋਂ ਮੈਂ ਲੈ ਕੇ ਉੱਥੋਂ ਨਿਕਲਿਆ ਮੇਰੀ ਬੱਚੀ ਨੇ ਫੜਾਇਆ ਉਹਨੇ ਆਖਿਆ ਪੁੱਤਰ ਆ ਤੇਰੀ ਮਾਨਤ ਹੈ। ਅੱਛਾ ਮੇਰੇ ਹੁੰਦਿਆਂ ਉਹਨੇ ਪਰਸ ਫੜਾਇਆ ਉਹਨੇ ਆਖਿਆ ਧੀਏ ਆ ਤੇਰੀ ਮਾਨਤ ਹੈ ਤੂੰ ਆਏਂਦੀ ਤੇ ਲੈ ਲਈ। ਤੁਸੀਂ ਉੱਥੇ ਜਨਾਜ਼ੇ ਤੇ ਗਏ ਸੀ ਆਪਣੇ ਦਮਾਦ ਦੇ ਜਨਾਜ਼ੇ ਦੇ ਵਿੱਚ ਸ਼ਿਰਕਤ ਕੀਤੀ ਸੀ? ਜਨਾਜ਼ੇ ਤੇ ਹਾਂ ਕੀ ਜਾਣਾ ਸੀ ਜਦੋਂ ਫੌਤ ਹੋਇਆ ਹਾਂ ਫੋਨ ਕਰਕੇ ਅਸੀਂ ਨਾਲੇ ਹੀ ਆ ਧੱਦੂਆਂ ਪਿਛਾਂ ਇੱਥੋਂ ਕਾਰੀ ਡੱਬੇ ਤੇ ਖੜੀ ਹੈ 22 ਯਾਰਾਂ ਰਲੀ ਹੈ ਧੱਦੂਆਂ ਪਿਛਾਂ ਸਾਨੂੰ। ਤੁਸੀਂ ਉਹਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ? ਪੂਰੀ ਔਰ 22 ਯਾਰਾਂ ਦੇ ਵਿੱਚ ਪਾ ਕੇ ਹਾਂ ਖੜਿਆ ਡਸ ਕੇ। ਅੱਛਾ ਉਹਨਾਂ ਸਾਨੂੰ ਘੜੀ ਰੱਖ ਕੇ ਨਾਸ਼ਾ ਲੈ ਕੇ ਅਗਾਂ ਟੋਰ ਦਿੱਤਾ ਕੋਈ ਨਾਲੇ ਜਾ ਕੇ ਹਸਪਤਾਲ ਦੇ ਵਿੱਚ 10 ਮਿੰਟ ਬਾਅਦ ਉਹਦੀ ਡੈਥ ਹੋਈ ਹੈ। ਇਹ ਉਦੋਂ ਬਾਅਦ 15-20 ਮਿੰਟ ਅੱਧਾ ਘੰਟਾ ਰਲੇ ਨੇ ਸਾਰੇ। ਤੁਹਾਡੀ ਬੇਟੀ ਉਸ ਟਾਈਮ ਤੇ ਕਿੱਥੇ ਸੀ? ਨਾਲ ਸੀ? ਉਹ ਇੱਥੇ ਸੀ ਉਹਨਾਂ ਨੂੰ ਫੋਨ ਕਰਕੇ ਆਖਿਆ ਜਾ ਕੇ ਢਿੱਡੋ ਵਾਲੀ ਦੱਸੋ ਉਹਨਾਂ ਨੂੰ ਕੋਈ ਜੀ। ਅੱਛਾ ਇਹ ਗਏ ਨੇ ਉਹਨਾਂ ਇਹਨਾਂ ਦੇ ਨਾਲ ਜੋ ਸਲੂਕ ਕੀਤਾ ਉਹਨਾਂ ਦੇ ਪਿੰਡ ਵਾਲਿਆਂ ਨੂੰ ਵੀ ਪਤਾ ਤੇ ਮੇਰੇ ਪਿੰਡ ਵਾਲਿਆਂ ਨੂੰ ਵੀ ਪਤਾ ਜਿਹੜੇ ਨਾਲ। ਯਾਨੀ ਕਿ ਜਦੋਂ ਉੱਥੇ ਬੱਚਾ ਫੌਤ ਹੋ ਗਿਆ ਸੀ ਤੁਸੀਂ ਆਪਣੇ ਘਰਦਿਆਂ ਨੂੰ ਕਿਹਾ ਕਿ ਤੁਸੀਂ ਉਹਨਾਂ ਦੇ ਘਰ ਪਹੁੰਚੋ? ਘਰ ਜਾਓ ਸਾਨੂੰ ਦਰਸ ਹੀ ਤੇ ਗਏ ਹਨ। ਕੌਣ ਕੌਣ ਗਿਆ ਸੀ ਉੱਥੇ? ਉੱਥੇ ਗਏ ਸੀ ਅਲਫਾ ਸਵੇਰਾ ਅੱਛਾ ਉਹਦੀ ਮਾਂ ਖਾਲਾ ਭਰਜਾਈਆਂ ਉਹਦੀਆਂ ਭਰਾ ਵੱਡਾ ਆ 2 ਚਾਚੇ ਸਨ ਉਹਨਾਂ ਨੇ ਅੱਗੇ ਕੀ ਸਲੂਕ ਕੀਤਾ ਸੀ? ਉਹਨਾਂ ਨੂੰ ਉਹ ਮੈਨੂੰ ਨਾ ਮੈਂ ਕਿਹੜਾ ਕੋਲ ਸਾਂ ਉਹ ਇਹਨਾਂ ਨੇ ਪੁੱਛੋ ਨਾ ਕੀ ਕੀਤਾ ਉਹਨਾਂ ਆ ਮੇਰੇ ਪੁੱਤਰ ਨੂੰ ਮਾਰ ਕੇ ਹਲਾਲ ਕਰ ਦਿੱਤਾ। ਵੈਸੇ ਤੂੰ ਗਿਆ ਸੀ ਉਹਨਾਂ ਦੇ ਘਰ ਜਦੋਂ ਬੱਚਾ ਫੌਤ ਹੋ ਗਿਆ ਸੀ
ਤੇ ਉਹਨਾਂ ਨੂੰ ਜਾ ਕੇ ਤੁਸੀਂ ਕਿਵੇਂ ਮਿਲੇ ਸੀ ਤੇ ਤੁਹਾਡੇ ਨਾਲ ਉਹਨਾਂ ਨੇ ਕਿਉਂ ਬਦਸਲੂਕੀ ਇਹ ਕੀਤੀ? ਸਿਰਫ ਸਾਨੂੰ ਉਹਨਾਂ ਬਹਿਣ ਵੀ ਨਹੀਂ ਦਿੱਤਾ ਹੈ। ਹਾਂ ਠੀਕ ਹੈ, ਜਾਂਦਿਆਂ ਸਾਰੇ ਉਹਨਾਂ ਸਾਨੂੰ ਮਾਰਨ ਦਾ ਮੇਰੀ ਅੰਮੀ ਨੂੰ, ਮੇਰੀ ਸਿਸਟਰ ਜਿਹਦੀ ਸ਼ਾਦੀ ਹੋਈ ਉਹਨੂੰ, ਮੈਨੂੰ, ਦੋ ਇੱਥੇ ਚਾਚੇ ਹਨ ਉਹਨਾਂ ਨੇ ਉਹਨਾਂ ਹੱਥ ਵੀ ਲਾਇਆ ਤੇ ਪਰ ਉਹਨਾਂ ਮੈਨੂੰ ਖੀਰ ਤੇ ਮੇਰੀ ਭੈਣਾਂ ਨੂੰ, ਮੇਰੀਆਂ ਭਰਜਾਈਆਂ ਨੂੰ ਇੰਨਾ ਕੋ ਮਾਰਿਆ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਹੈ। ਇਹ ਜਿਨ੍ਹਾਂ ਦਾ ਬੇਟਾ ਕਤਲ ਹੋਇਆ ਉਹਨਾਂ ਨੇ ਮਾਰਿਆ ਉਸ ਤੋਂ ਬਾਅਦ ਮੈਂ ਨਾਲ ਦੀ ਬੈਠਕ ਦੇ ਵਿੱਚ ਜਾ ਕੇ ਬਿਠਾਇਆ ਉਹਨਾਂ ਦੇ ਪਿੰਡ ਦੇ ਬੰਦਿਆਂ ਨੇ। ਉਹਨਾਂ ਦੇ ਇੱਕ ਭਰਾ ਆਇਆ, ਉਹਨੇ ਤਕਰੀਬਨ ਯਕੀਨ ਮੈਨੂੰ ਐਡੀ ਲੰਮੀ ਛੁਰੀ ਫੜੀ ਹੈ, ਉਹ ਮੈਨੂੰ ਮਾਰਨ ਲੱਗਿਆ। ਉਹ ਜਿਨ੍ਹਾਂ ਦੀ ਬੈਠਕ 'ਚ ਮੈਂ ਬੈਠਾ, ਉਹਨਾਂ ਆਖਿਆ ਸਾਡੇ ਤੇ ਨਹੀਂ ਬੰਦਾ ਪੈਣਾ ਚਾਹੀਦਾ। ਅੱਛਾ। ਉਹਨਾਂ ਉਹਦੇ ਛੋਟਾ ਭਾਈ ਏ ਅਦਨਾਨ ਦਾ, ਉਹਨੂੰ ਫੜ ਕੇ ਉਹਨੂੰ ਆਪਣੇ ਘਰੋਂ ਨਾ ਬਾਹਰ ਕੱਢਿਆ। ਠੀਕ ਹੈ, ਉਸ ਤੋਂ ਬਾਅਦ ਉਹਨਾਂ ਫਿਰ ਮੈਨੂੰ ਪਿਛਲੇ ਅੰਦਰ ਡੱਕ ਦਿੱਤਾ। ਅੱਛਾ। ਪਿਛਲੇ ਅੰਦਰ ਡੱਕ ਉਸ ਤੋਂ ਬਾਅਦ ਪੁਲਿਸ ਆਈ, ਉਹਨਾਂ ਮੈਨੂੰ ਫੜ ਲਿਆ ਤੇ ਲੈ ਗਏ ਨੇ ਨਾਲ। ਉਹਨਾਂ ਦੇ ਘਰੋਂ ਤੁਹਾਨੂੰ ਫੜਿਆ ਜੀ? ਹਾਂਜੀ, ਨਹੀਂ ਨਾਲ ਦੇ ਉਹਦੇ ਹਮਸਾਇਆਂ ਦੇ ਘਰੋਂ। ਫਿਰ ਤੁਹਾਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਤੇ ਛੱਡ ਕਿਉਂ ਦਿੱਤਾ ਫਿਰ? ਬੂਟਾ ਜਨਾਬ ਪੇਸ਼ ਹੋਇਆ ਤੇ ਅਸੀਂ ਇਹਦੀ ਵਜ੍ਹਾ ਨਾਲ ਛੁੱਟੇ ਹਾਂ। ਅੱਛਾ, ਅਸਲੀ ਕਾਤਲ ਪੇਸ਼ ਹੋ ਗਿਆ। ਅਸਲੀ ਕਾਤਲ ਜਿਹੜਾ ਪੇਸ਼ ਹੋਇਆ ਉਹਦੀ ਵਜ੍ਹਾ ਨਾਲ ਅਸੀਂ ਛੁੱਟੇ ਹਾਂ। ਉਹਨੇ ਜਦੋਂ ਗ੍ਰਿਫਤਾਰੀ ਦਿੱਤੀ ਤੇ ਉਸ ਤੋਂ ਬਾਅਦ ਉਹਨੇ ਪੁਲਿਸ ਨੂੰ ਕੀ ਬਿਆਨ ਦਿੱਤਾ ਕਿ ਮੈਂ ਕਿਉਂ ਕਤਲ ਕੀਤਾ ਹੈਗਾ, ਕੀ ਰੰਜਿਸ਼ ਹੈਗੀ ਸੀ? ਉਹਨੇ ਇਹ ਬਿਆਨ ਦਿੱਤਾ ਹਾਂ ਤੇ ਸੀਟ ਦਾ ਸਾਡਾ ਰੌਲਾ ਸੀ। ਅੱਛਾ। ਸੀਟ ਤੋਂ ਸਾਡੀ ਗੱਲਬਾਤ ਹੋਈ ਹੈ। ਹਾਂ ਮੇਰੀਆਂ 3 ਭੈਣਾਂ ਨੇ, ਚੌਥੀ ਭੈਣ ਹੈ ਮੇਰੀ ਹੈ। ਅੱਛਾ। ਇਹਦੇ ਨਾਲ ਮੇਰਾ ਕੋਈ ਲੈਕ ਨਹੀਂ। ਉਹਨੇ ਪੁਲਿਸ ਨੂੰ ਔਨ ਰਿਕਾਰਡ ਹੈ ਬਿਆਨ ਦਿੱਤਾ ਕਿ ਮੇਰਾ ਅਲਫਾ ਸਵੇਰਾ ਦੇ ਨਾਲ ਕੋਈ ਨਾਜਾਇਜ਼ ਤਾਲੁਕ ਨਹੀਂ ਹੈ। ਤੁਸੀਂ ਆ ਮੋਬਾਈਲ ਲਵੋ, ਮੇਰਾ ਡਾਟਾ ਕਢਾਓ। ਠੀਕ ਹੈ। ਮੇਰੀ ਇੱਕ ਕਾਲ ਵੀ ਹੋਏ ਮੈਂ ਜਿਵੇਂ ਮਰਜ਼ੀ, ਮੇਰੀ ਉਹ ਭੈਣ ਹੈ। ਇਹ ਚੱਕਰ ਦੇ ਵਿੱਚ ਕੋਈ ਨਹੀਂ। ਪੁਲਿਸ ਨੇ ਤੁਹਾਡੀ ਬੇਟੀ ਨੂੰ ਵੀ ਸ਼ਾਮਲੇ ਤਫਤੀਸ਼ ਕੀਤਾ ਹੈ? ਉਹ ਨਾ ਮੋਬਾਈਲ ਹਰ ਸ਼ੈ ਲੈ ਲਈ, ਡੇਟੇ ਡੂਟੇ ਕੱਢ ਲਏ ਨੇ। ਤੁਹਾਡੀ ਬੇਟੀ ਦੇ ਮੋਬਾਈਲ? ਹਾਂਜੀ, ਜਿਹੜਾ ਉਹਨਾਂ ਆਖਿਆ ਹੰਦੇ ਛੜੇ ਨੇ। ਉਹ ਜਨਾਬ ਉਹ ਦੂਲਾ ਜਿਹੜਾ ਉਹਦੇ ਹੱਥੀ ਪਿਆ ਨਾ, ਸਾਰਾ ਕੰਮ ਉੱਥੇ ਹੀ। ਉਹ ਦੂਲੇ ਦੀ ਤੇ ਨਵੀਂ ਰਿਸ਼ਤੇਦਾਰੀ ਸੀ, ਕੋ ਪਾਗਲ ਸੀ ਮੈਂਟਲੀ ਤੌਰ ਤੇ ਜਿਹੜਾ ਉਹ ਹੱਥੀ ਪੈ ਗਿਆ ਸੀ? ਇਹ ਨਹੀਂ ਪੁੱਤਰ, ਉਹਨੂੰ ਸਗੋਂ ਮੈਂ ਆਖਿਆ ਤੇ ਪੁੱਤਰ ਤੇਰਾ ਨਹੀਂ ਹੱਕ, ਤੂੰ ਉੱਥੇ ਚੱਲ, ਇਹ ਸਾਡੇ ਘਰ ਦਾ ਮਸਲਾ ਹੈ। ਹੁਣ ਤੁਸੀਂ ਕੀ ਚਾਹੁੰਦੇ ਹੋ ਕਿ ਤੁਹਾਡੀ ਬੇਟੀ ਦਾ ਵੀ ਘਰ ਜਿਹੜਾ ਹੈਗਾ ਨਾ ਉਜੜ ਗਿਆ, ਸ਼ਾਦੀ ਤੋਂ ਅਗਲੇ ਦਿਨ ਉਹ ਬੇਵਾ ਹੋ ਗਈ, ਤੁਹਾਡਾ ਦਮਾਦ ਇਸ ਦੁਨੀਆ ਤੋਂ ਚਲਾ ਗਿਆ, ਬਹੁਤ ਵੱਡਾ ਜ਼ੁਲਮ ਹੋਇਆ ਤੁਹਾਡੇ ਨਾਲ ਵੀ, ਜਿਨ੍ਹਾਂ ਦਾ ਬੱਚਾ ਕਤਲ ਹੋਇਆ ਉਹਨਾਂ ਦੇ ਨਾਲ ਵੀ। ਹੁਣ ਤੁਸੀਂ ਕੀ ਚਾਹੁੰਦੇ ਹੋ, ਕੀ ਹੋਣਾ ਚਾਹੀਦਾ ਜੀ? ਮੈਂ ਇਹ ਚਾਹਨਾ ਮੇਰਾ ਇਨਸਾਫ ਹੋਣਾ ਚਾਹੀਦਾ, ਮੈਨੂੰ ਇਨਸਾਫ ਮਿਲਣਾ ਚਾਹੀਦਾ। ਅੱਲਾ ਤੇ ਅੱਲਾ ਦੇ ਰਸੂਲ ਦੇ ਨਾਲ ਮੈਨੂੰ ਸੱਚ ਮੈਂ ਬੋਲਣਾ, ਮੈਂ ਝੂਠ ਨਹੀਂ ਆ। ਮੇਰੇ ਸਾਰੇ ਭੈਣਾਂ ਭਰਾ ਨੇ, ਇੱਕ ਲਫ਼ਜ਼ ਦਾ ਵੀ ਝੂਠ ਹੋਇਆ ਤਾਂ ਜੋ ਮਰਜ਼ੀ ਆਖਿਓ, ਜਿਹੜੀ ਹਕੀਕਤ ਗੱਲ ਉਹ ਮੈਂ ਤੁਹਾਡੇ ਨਾਲ ਕੀਤੀ। ਬਿਲਕੁਲ ਠੀਕ। ਹਾਂ, ਮੈਨੂੰ ਇਹ ਇਨਸਾਫ ਹੋਣਾ ਚਾਹੀਦਾ। ਹਾਂ, ਮੈਂ ਇਨਸਾਫ ਮੰਗਣਾ ਬਸ। ਉਸ ਤੋਂ ਬਾਅਦ ਤੁਹਾਡੇ ਦਮਾਦ ਦੇ ਘਰ ਵਾਲਿਆਂ ਨਾਲ ਕੋਈ ਰਾਬਤਾ ਹੋਇਆ? नहीं, ये तक कोई नहीं होया। हाँ, ये तक कोई नहीं होया। नाज़रीन, आपने सारी गुफ्तगू सुनी कि किस तरह से दूल्हे को उसके ससुराल की दहलीज पर कत्ल किया गया। अभी तक आपके सामने सिर्फ एक तरफ का मौक़िफ़ आ रहा था कि दुल्हन ने अपने मुबैना आशना के साथ मिलकर अपने घर की दहलीज पर अपने दूल्हे को कत्ल करवा दिया। जब हमने इस गांव से इन लोगों के साथ रब्ता किया तो कहानी कुछ और निकली। अब ये कहानी इनके बकौल इन्होंने कुरान को और अल्लाह ताला को हाज़िर नाज़र जानकर एक एक लफ्ज़ आपको हकीकत बताई है कि असल कत्ल के पीछे वजह क्या थी, दूल्हे को कत्ल करने का मुलज़म बूटे का मकसद क्या था। अब यहाँ पर तकरीबन सैकड़ों लोग इस गांव के मौजूद हैं। हमने इस गांव में आकर एक एक खातून से, मर्द से, बच्चों से पूछा इनके बारे में कि ये लोग कैसे हैं। इनकी शराफत की और इनके अच्छेपन की गवाही तो मकतूल का बाप खुद ही दे चुका है कि हमने जब रिश्ता किया था तो हमने बच्ची के वालिदैन को देखा था और उसके बाद हमने ये रिश्ता तय कर लिया था। अब उनको बड़ेपन का मुजाहरा करना चाहिए कि मेरिट पर इस केस की तफ्तीश करनी चाहिए कि असल में जो कसूरवार है उसको सज़ा देनी चाहिए। इस बूढ़े बाप को जिसने अपनी कुछ अर्सा पहले ज़मीन बेचकर अपनी 2 बेटियों की शादी का बंदोबस्त किया, अगर उस बेटी के अंदर कुछ इस तरह की कोई मामलात थे तो वो बच्ची शादी और रुखसती से पहले निकाह ही क्यों करती, वो उस लड़के के साथ ही भाग जाती जिस पर ये इल्ज़ाम लगाया जा रहा है। जबकि मुलज़म बूटे को जब पुलिस ने गिरफ्तार किया तो उसने जब दौरान तफ्तीश उसकी तफ्तीश की गई तो मुलज़म ने ये इतराफ़ जुर्म किया कि जो मकतूल जो अदनान जिसको मैंने कत्ल किया है, उसने मेरे साथ जब हम दूसरी बेटी की तरफ जा रहे थे तो रास्ते में जो इनकी
जो तलख कलामी हुई जो या फिर जो भी झगड़ा हुआ उसकी सीसीटीवी फुटेज भी हमारे पास मौजूद है। हम कोशिश करेंगे कि उस वीडियो को भी आप तक पहुंचाएं कि उसमें कितनी सदाकत है, कौन कितना कसूरवार था। अब जो मुलजम है वो पुलिस की सलाखों के पीछे है, लेकिन इनकी ज़ात पर, इनकी बेटी पर जो इल्ज़ामात लगाए जा रहे हैं वो सरासर बेबुनियाद हैं। और ये मकतूल के लवाहिकीन को सोचना होगा कि अगर इस केस की जब मेरिट पर तफ्तीश होगी तो जो हमने इल्ज़ामात लगाए हैं वो बेबुनियाद अगर साबित हो गए तो हमारा पहले जानी नुकसान हो चुका और इसके बाद हमारी जो बची कुछ इज्जत है मुआशरे में, जो इलाके में, वो भी मलिया मिट्टी हो जाएगी। हमारा यहाँ तक आने का मकसद आप तक इस वक़ुआ की हकीकत पहुँचाना है कि अगर इन पर जो इल्ज़ामात लगाए गए तो उन इल्ज़ामात लगाने का मकसद क्या था। इनकी बेटी हंसी खुशी इस घर से रुखसत हुई, दुल्हन बनकर वो उस गांव में गई और वो दूल्हा बनकर जब इस घर पहली दफ़ा पहुंचा तो इस दहलीज पर उसको बेदर्दी से कत्ल कर दिया। लेकिन उस कत्ल करने के पीछे जो मामलात हुए वो आपने सुने कि किस तरह से कुछ टाइम पहले, वक़ुए से पहले, जो मुलज़म की फैमिली के साथ बदतमीज़ी की गई या फिर मुलज़म ने जो इनके साथ बदतमीज़ी की गई वो आपने तमाम तर हकीकत आपने इनकी ज़ुबानी सुनी है। ये जो इसमें मुबैना तौर पर जो मुलज़मा सवेरा है उनके वालिद हैं, उनके भाई हैं, जिन्होंने अपनी आंखों देखा अहवाल जब उस बच्चे को यहाँ पर गोलियां मारी गई तो इन्होंने उसको बचाने की भरपूर कोशिश की, लेकिन उसकी ज़िंदगी इतनी थी, जो उसकी सांसें थी वो ख़त्म हो चुकी थी। लेकिन अब फैसला आपने करना है कि इस केस में हकीकत क्या है, कौन सच्चा है, कौन झूठा है। पुलिस ने मुलज़म को, जो इस केस का मरकज़ी मुलज़म है, जिसका किसी किस्म का कोई नाजायज़ किसी के साथ कोई ताल्लुक़ नहीं है, उसने सिर्फ एक मामूली सी रंजिश की बिना पर जो मकतूल दूल्हे को कत्ल किया और उसके बाद वो इस वक्त पुलिस की हिरासत में मौजूद है। और अभी पुलिस ने इनको भी गिरफ़्तार किया, इनको भी शामिल तफ्तीश किया। अगर इनका कसूर होता या फिर इनकी बेटी ने इनके दामाद को कत्ल करवाया होता तो पुलिस इनको कभी भी रिहा ना करती, पुलिस इनको बेगुनाह ना करती और अगली ही रात ये दोनों बाप बेटा जो है वो पुलिस की हिरासत से आज़ाद होकर अपने घर, अपने गांव पहुंच चुके हैं। लेकिन अभी तक जो दुल्हन है वो पुलिस ने जो है वो उसको अभी तक शामिल तफ्तीश नहीं किया, लेकिन उसका जो भी मोबाइल गैजेट्स वगैरह हैं वो पुलिस ने अपनी तहवील में लेकर उनकी तफ्तीश जारी कर दिया। इस केस में हम यहाँ गांव के कुछ और मौजूदीन से भी आपकी मुलाकात करवाएंगे कि वो इनके बारे में क्या कहते हैं, क्या इन्होंने जो कहानी बताई है उसमें कितनी सदाकत है, या फिर जो इनके जो दामाद के जो लवाहिकीन हैं वो जो इन पर इल्ज़ामात लगा रहे हैं उनका लगाने का मकसद क्या है। अगली वीडियो में आपसे दोबारा मुलाकात होगी, तब तक के लिए अल्लाह निगहबान।